ਸਾਰਗ ਮਹਲਾ ਪੰਜਵਾ। ਸਾਰਗ ਰਾਗ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋਭਾਮਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ। ਮਨ ਤੇ ਪੈ ਪਉ ਦੂਰ ਪਰਾਇਓ, ਮੇਰੇ ਮਨ ਤੋਂ ਚਿੱਤ ਤੋਂ ਉਸ ਦੇ ਅੰਦਰ ਇਸ ਲੋਕ ਵਿੱਚ ਕਾਲ ਦਾ ਪੈ ਡਰ ਅਤੇ ਪਰਲੋਕ ਦੇ ਵਿੱਚ ਯਮ ਆਦਿਕ ਦਾ ਜਿਹੜਾ ਡਰ ਸੀਗਾ ਉਹ ਦੂਰ ਚਲਾ ਗਿਆ ਹੈ, ਪਰੇ ਹੋ ਗਿਆ ਹੈ। ਲਾਲ ਦਿਆਲਾ ਗੁਲਾਲ ਲਾਡਲੇ, ਜਿਸ ਦੇ ਅੰਦਰ ਪਿਆਰੇ ਦਇਆ ਦੇ ਘਰ ਭਗਤੀ ਦਾ ਗੂੜਾ ਰੰਗ ਚਾੜਨ ਵਾਲੇ ਆਨੰਦੀ ਪਰਮੇਸ਼ਰ ਦੇ ਸ਼ਾਂਤੀ ਪੂਰਵਕ ਸਹਿਜ ਸਹਿਜ ਗੁਣ ਗਾਇਓ, ਸੁਦੇ ਸਿੱਧ ਗੁਣਾਂ ਨੂੰ ਗਾਉਣਾ ਕੀਤਾ ਹੈ। ਸੁਦੇ ਸਿੱਧ ਸਹਿਜ ਸਰੂਪ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਗੋੜ ਬਚਨਾਤ ਕਮਾਂਡ ਕਿਰਪਾ ਤੇ, ਸਤਿਗੁਰੂ ਸਾਹਿਬ ਜੀ ਦੇ ਬਚਨ ਕਮਾਉਣ ਅਤੇ ਪਰਮੇਸ਼ਰ ਦੇ ਦਇਆ ਦ੍ਰਿਸ਼ਟੀ ਕਰਨ ਤੋਂ ਬਹੁਰ ਨਾ ਕਤਹੂ ਧਾਇਓ, ਕਿਤੇ ਵੀ ਜੂਨਾਂ ਵਿੱਚ ਨਹੀਂ ਧਾਉਣਾ ਪੈਂਦਾ, ਨਹੀਂ ਦੌੜਨਾ ਹੁੰਦਾ। ਭਾਵ ਜੰਮਣ ਮਰਨ ਦੇ ਚੱਕਰ ਵਿੱਚ ਹੁਣ ਨਹੀਂ ਪੈਣਾ ਪੈਂਦਾ। ਰਹਿਤੇ ਉਪਾਦ ਸਮਾਦ ਸੁਖ ਆਸਣ, ਜਦ ਸੁਖਾਂ ਦੇ ਆਸਣ ਬ੍ਰਹਮ ਦੇ ਵਿੱਚ ਸਮਾਧੀ ਲਾਉਣਾ ਕੀਤੀ। ਭਗਤ ਵਛਲ ਗ੍ਰਹਿ ਪਾਇਓ, ਤਦੋਂ ਮੇਰਾ ਮਨ ਸਾਰੀਆਂ ਉਪਾਧੀਆਂ ਤੋਂ ਰਹਿਤ ਹੋ ਗਿਆ। ਜਾਂ ਜਦ ਮੇਰਾ ਚਿੱਤ ਆਦਿ ਵਿਆਧੀ ਉਪਾਧੀ ਆਦਿਕ ਤਾਪ ਤੋਂ ਰਹਿਤ ਹੋ ਗਿਆ, ਤਦ ਸੁਖ ਰੂਪ ਸਿੰਘਾਸਨ ਦੇ ਮਾਲਕ ਪਰਮੇਸ਼ਰ ਵਿੱਚ ਸਮਾਧੀ ਲੱਗ ਗਈ। ਭਾਵ ਬਿਰਤੀ ਜੁੜ ਗਈ ਅਤੇ ਭਗਤ ਵਚਨ ਭਗਤ ਵਛਲ ਗ੍ਰਹਿ ਪਾਇਓ, ਭਗਤੀ ਕਰਨ ਵਾਲੇ ਪੁਰਖਾਂ ਦਾ ਪਿਆਰਾ ਹਿਰਦੇ ਰੂਪ ਘਰ ਦੇ ਵਿੱਚੋਂ ਹੀ ਪ੍ਰਾਪਤ ਕਰ ਲਿਆ। ਨਾਦ ਬਿਨੋਦਾ ਕੋਡ ਆਨੰਦਾ, ਸ਼ਰਵਣ ਆਨੰਦ, ਦਰਸ਼ਨ ਆਨੰਦ ਤੇ ਕਰੁਣਾ ਆਨੰਦ ਭਾਵ ਭੋਗਾ ਆਨੰਦ ਜਾਂ ਨਾਦ ਰਾਗਾਂ ਬਿਨੋਦ ਖੇਲ ਅਤੇ ਕਰੁਣਾ ਆਨੰਦ ਪ੍ਰਾਪਤ ਹੋ ਗਏ ਹਨ। ਜਾਂ ਨਾਮ ਦਾ ਸ਼ਰਵਣ ਮੰਨਣ ਅਤੇ ਨਿਧਿਆਸਨ ਕਰਕੇ ਕਰੁਣਾ ਆਨੰਦ ਪ੍ਰਾਪਤ ਹੋ ਗਏ ਹਨ। ਸਹਿਜੇ ਸਹਿਜ ਸਮਾਇਓ, ਅਤੇ ਗੁਰ ਉਪਦੇਸ਼ ਦੁਆਰਾ ਸਹਿਜੇ ਗਿਆਨ ਦੀ ਪ੍ਰਾਪਤੀ ਕਰਕੇ ਸਹਿਜ ਸ਼ਾਂਤੀ ਸਰੂਪ ਪਰਮੇਸ਼ਰ ਦੇ ਵਿੱਚ ਸਮਾ ਗਏ ਹਾਂ। ਕਰਨਾ ਆਪੇ ਕਰਾਵਨ ਆਪੇ, ਹੁਣ ਐਸੀ ਦਿਵ ਦ੍ਰਿਸ਼ਟੀ ਜਾਗੀ ਹੈ ਕਿ ਸਭ ਕਾਰਜਾਂ ਨੂੰ ਕਰਨ ਵਾਲਾ ਵੀ ਪਰਮੇਸ਼ਰ ਆਪ ਹੀ ਹੈ ਅਤੇ ਆਪ ਹੀ ਹੋਰਨਾਂ ਨੂੰ ਪ੍ਰੇਰ ਕੇ ਕਰਾਉਣ ਵਾਲਾ ਹੈ। ਕਹੁ ਨਾਨਕ ਆਪ ਆਪਾਇਓ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਪਰਮੇਸ਼ਰ ਆਪ ਆਪਣਾ ਆਪ ਰੂਪ ਹੀ ਹੈ ਜਾਂ ਆਪ ਹੀ ਜੀਵ ਰੂਪ ਹੈ ਅਤੇ ਆਪ ਈਸ਼ਰ ਰੂਪ ਹੈ ਜਾਂ ਆਪ ਹੀ ਸਾਰਿਆਂ ਤੋਂ ਆਪਾਇਓ ਨਿਰਲੇਪ ਹੈ। ਸਾਰਗ ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰਗ ਰਾਗ ਵਿੱਚ ਸ਼ੋਭਾਮਣ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
ਮਨ। ਅੰਮ੍ਰਿਤ ਨਾਮ ਮਨ ਹੈ ਆਧਾਰੋ। ਇਹ ਭਾਈ ਪਰਮੇਸ਼ਰ ਦਾ ਨਾਮ ਅੰਮ੍ਰਿਤ ਜਾਂ ਅੰਮ੍ਰਿਤ ਕਰਨ ਵਾਲਾ ਨਾਮ ਮੇਰੇ ਮਨ ਦਾ ਆਸਰਾ ਹੈ। ਜਿਨ ਦੀਆ ਤਿਸ ਕੈ ਕੁਰਬਾਨ। ਉਸ ਗੁਰਾਂ ਨੇ ਤੈਨੂੰ ਨਾਮ ਅੰਮ੍ਰਿਤ ਦਿੱਤਾ ਹੈ। ਮੈਂ ਤਿਸ ਗੁਰਾਂ ਤੋਂ ਜਿਨ੍ਹੇ ਸੋ ਵਾਹਿਗੁਰੂ ਦਾ ਨਾਮ ਗੁਰਾਂ ਨੇ ਸਾਨੂੰ ਤੇ ਤੁਹਾਨੂੰ ਸਾਰਿਆਂ ਨੂੰ ਹੀ ਨਾਮ ਅੰਮ੍ਰਿਤ ਬਖਸ਼ਿਸ਼ ਕਰ ਦਿੱਤਾ ਹੈ। ਤਿੰਨਾਂ ਗੁਰਾਂ ਦੇ ਉੱਪਰੋਂ ਗੁਰ ਪੂਰੇ ਨਮਸਕਾਰੋ। ਮੈਂ ਪੂਰੀਆਂ ਗੁਰਾਂ ਤੋਂ ਬਲਿਹਾਰ ਜਾਂਦਾ ਜਾਂ ਪੂਰਨ ਗੁਰੂ ਨੂੰ ਨਮਸਕਾਰ ਡੰਡੋਤ ਬੰਦਨਾ ਅਨਕ ਬਾਰ ਜੋ ਪਰ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ। ਗੁਰਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਰਹਾਉ। ਵਿਸ਼ਰਾਮ ਦੇ ਕੇ ਫੁਰਮਾਨ ਕਰਦੇ ਨੇ। ਬੂਝੀ ਤ੍ਰਿਸ਼ਨਾ ਸਹਿਜ ਸੁਹਿਲਾ। ਜੋ ਰਸਾਂ ਕਸਾਂ ਦੇ ਭੋਗਾਂ ਦੀ ਤ੍ਰਿਸ਼ਨਾ ਸੀਗੀ ਉਹ ਬੁਝ ਗਈ, ਨਿਵਰਤ ਹੋ ਗਈ ਹੈ ਅਤੇ ਮਨ ਸਹਿਜ ਸ਼ਾਂਤੀ ਪੂਰਵਕ ਸੁਹਿਲਾ ਸੁਖੀ ਹੋ ਗਿਆ ਹੈ। ਕਾਮ ਕਰੋ ਤਾਂ ਬਿਖ ਜਾਰੋ। ਅਤੇ ਕਾਮ ਕ੍ਰੋਧ ਰੂਪ ਵਿਕਾਰਾਂ ਦੀ ਜ਼ਹਿਰ ਵੀ ਗੁਰਾਂ ਦੇ ਉਪਦੇਸ਼ ਦੁਆਰਾ ਬ੍ਰਹਮ ਅਭਿਆਸ ਰੂਪ ਅਗਨੀ ਦੇ ਨਾਲ ਸਾੜ ਦਿੱਤੀ ਹੈ। ਆਏ ਨਾ ਜਾਏ ਬਸਾਏ ਠਾਹਰ। ਹੁਣ ਮੇਰਾ ਮਨ ਕਿਤੇ ਨਾ ਤਾਂ ਆਉਂਦਾ ਹੈ ਆਪ ਸੰਕਲਪਾਂ ਵਿੱਚ, ਨਾ ਹੀ ਕਿਤੇ ਜਾਂਦਾ ਹੈ। ਫੁਰਨਿਆਂ ਦੇ ਵਿੱਚ ਆਉਂਦਾ ਜਾਂਦਾ ਨਹੀਂ, ਜਾਂ ਜਨਮ ਧਾਰ ਕੇ ਆਉਣਾ ਤੇ ਮਰ ਕੇ ਜਾਣਾ ਇਹ ਨਹੀਂ ਪਵੇਗਾ। ਜਹ ਆਸਨ ਨਿਰੰਕਾਰੋ। ਕਿਉਂਕਿ ਬਸੈ ਇਹ ਠਾਹਰ, ਇਹ ਉਸ ਸਤਸੰਗਤ ਰੂਪੀ ਜਗ੍ਹਾ ਦੇ ਵਿੱਚ ਵਸਦਾ ਹੈ। ਜਹ ਆਸਨ ਨਿਰੰਕਾਰੋ, ਜਿੱਥੇ ਨਿਰਾਕਾਰ ਸਰੂਪ ਪਰਮੇਸ਼ਰ ਦਾ ਸਿੰਘਾਸਨ ਹੈ ਜਾਂ ਪਰਮੇਸ਼ਰ ਅਸਥਿਤ ਹੈ। ਜਾਂ ਮਨ ਆਉਂਦਾ ਜਾਂਦਾ ਨਹੀਂ, ਕਿਉਂਕਿ ਹੁਣ ਇਹ ਸਤਸੰਗਤ ਦੇ ਨਾਲ ਮਿਲ ਕੇ ਉਸ ਤੁਰਿਆ ਮਧਰੂਪ ਜਗ੍ਹਾ ਵਿੱਚ ਵਸਦਾ ਹੈ, ਜਿੱਥੇ ਨਿਰੰਕਾਰ ਨੇ ਆਪਣਾ ਅਸਲ ਲਾਇਆ ਹੋਇਆ ਹੈ। ਇਕੈ ਪ੍ਰਗਟਾ ਇਕੈ ਗੁਪਤਾ। ਪਹਿਲਾ ਅਰਥ, ਇੱਕ ਪਰਮੇਸ਼ਰ ਆਪ ਹੀ ਪ੍ਰਗਟ ਸਰਗੁਣ ਸਰੂਪ ਹੈ। ਇੱਕ ਆਪ ਹੀ ਪਰਮੇਸ਼ਰ ਗੁਪਤ ਨਿਰਗੁਣ ਸਰੂਪ ਹੈ। ਤੂੰ ਹਿਰਦੈ ਗੁਪਤ ਵਸੈ ਹੈ ਦਿਨ ਰਾਤੀ, ਤੇਰਾ ਭਾਉ ਨ ਬੁਝੈ ਗਵਾਰੀ। ਇਕੈ ਧੁੰਦੁਕਾਰੋ। ਇੱਕ ਪ੍ਰਭੂ ਨੇ ਆਪ ਹੀ ਮਾਇਆ ਤੇ ਅਵਿਦਿਆ ਰੂਪ ਧੁੰਦੁਕਾਰੋ ਕੁਪ ਹਨੇਰਾ ਪਾ ਛੱਡਿਆ ਹੈ। ਇਕੈ ਪ੍ਰਗਟਾ ਇਕੈ ਗੁਪਤਾ। ਦੂਸਰਾ ਅਰਥ, ਇੱਕ ਪਰਮੇਸ਼ਰ ਆਪ ਹੀ ਜਾਗਰਤ ਅਵਸਥਾ ਵਿੱਚ ਪ੍ਰਗਟ ਰੂਪ ਹੈ। ਇੱਕ ਪਰਮੇਸ਼ਰ ਸੁਪਨ ਅਵਸਥਾ ਵਿੱਚ ਆਪ ਹੀ ਗੁਪਤ ਰੂਪ ਹੈ। ਇਕੈ ਧੁੰਦੁਕਾਰੋ। ਇੱਕ ਪਰਮੇਸ਼ਰ ਆਪ ਹੀ ਸੁਖੋਪਤ ਅਵਸਥਾ ਵਿੱਚ ਮਾਇਆ ਅਤੇ ਅਵਿਦਿਆ ਦਾ ਸਾਖੀ ਰੂਪ ਹੋ ਕੇ ਆਪ ਧੁੰਦੁਕਾਰ ਪਾਉਣ ਵਾਲਾ ਹੈ। ਇਸੇ ਪ੍ਰਕਾਰ ਇਕੈ ਪ੍ਰਗਟਾ ਇਕੈ ਗੁਪਤਾ। ਤੀਸਰਾ ਅਰਥ, ਇੱਕ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਆਪ ਹੀ ਵਾਹਿਗੁਰੂ ਪ੍ਰਗਟ ਰੂਪ ਹੈ ਅਤੇ ਇੱਕ ਮਨਮੁਖ ਪੁਰਖਾਂ ਦੇ ਹਿਰਦੇ ਅੰਦਰ ਆਪ ਹੀ
ਗੁਪਤ ਰੂਪ ਹੈ। ਇੱਕ ਧੁੰਦਕਾਰੋ ਅਤੇ ਇੱਕ ਅਗਿਆਨੀਆਂ ਦੇ ਅੰਦਰ ਆਪ ਹੀ ਵਾਹਿਗੁਰੂ ਜੀ ਨੇ ਹਨੇਰਾ ਪਾ ਛੱਡਿਆ ਹੈ। ਭਾਵ ਅਗਿਆਨੀਆਂ ਨੂੰ ਪਰਮਾਰਥ ਅਤੇ ਵਿਵਹਾਰਕ ਦੇ ਰਸਤੇ ਦੀ ਸਮਝ ਵੱਲੋਂ ਹਨੇਰਾ ਹੀ ਪਾ ਛੱਡਿਆ ਹੈ। ਇੱਕ ਪ੍ਰਗਟ ਇੱਕ ਗੁਪਤਾ। ਚੌਥਾ ਅਰਥ, ਇੱਕ ਪਰਮੇਸ਼ਰ ਆਪ ਹੀ ਸ੍ਰਿਸ਼ਟੀ ਨੂੰ ਪ੍ਰਗਟ ਕਰਨ ਵਾਲਾ, ਉਤਪੰਨ ਕਰਨ ਵਾਲਾ ਹੈ। ਇੱਕ ਆਪ ਹੀ ਪਰਮੇਸ਼ਰ ਗੁਪਤ ਰੂਪ ਹੋ ਕੇ ਪਾਲਣਾ ਪੋਸਣਾ ਵੀ ਉਹੀ ਕਰਦਾ ਹੈ। ਇੱਕ ਧੁੰਦਕਾਰੋ ਅਤੇ ਇੱਕ ਪਰਮੇਸ਼ਰ ਆਪ ਹੀ ਨਿਰਵਿਕਲਪ ਸਮਾਧੀ ਸਰੂਪ ਹੈ। ਸ਼ਕਤੀ ਹੀ ਜੋਗ ਵਰਤੈ ਗੁਬਾਰੈ, ਤਾੜੀ ਲਾਈ ਅਪਰ ਅਪਾਰੈ। ਧੁੰਦਕਾਰ ਨਿਰਾਲਮ ਬੈਠਾ, ਨਾ ਤਾਂ ਧੰਦ ਪਸਾਰੈ ਹੈ। ਜਿਸ ਵਕਤ ਸ੍ਰਿਸ਼ਟੀ ਦੀ ਪੈਦਾਇਸ਼ ਤੋਂ ਪਹਿਲਾਂ ਸ਼ਕਤੀ ਯੁੱਗ ਉਹ ਧੁੰਦੂਕਾਰੀ ਵਰਤਿਆ, ਉਸ ਵਕਤ ਮਹਾਰਾਜ ਸਮਾਧੀ ਸਥਿਤ ਸੀਗਾ, ਨਿਰਵਿਕਲਪ ਸਰੂਪ ਸੀਗਾ। ਜਗਤ ਰਚਨਾ ਤੋਂ ਪਹਿਲਾਂ ਦਾ ਉਹ ਸਮਾਂ ਸੂਰਜ ਚੰਦਨ ਬਿਜਲ ਕਹਿ ਨਾਰਾ, ਅਕਥੀ ਕਥੋ ਚੇਨੀ ਕੋਈ ਪੂਰ ਹੈ ਮਨ ਭਾਈਂਦਾ। ਚੰਦ ਸੂਰਜ ਆਦਿ ਦੀ ਰੋਸ਼ਨੀ ਵੀ ਨਹੀਂ ਸੀ, ਜਦੋਂ ਪੰਜ ਤੱਤ ਵੀ ਨਹੀਂ ਸਨ ਰਚੇ, ਭਾਵ ਉਹਨਾਂ ਵਿੱਚ ਆਪਣੀ ਚੇਤਨ ਸੱਤਾ ਨਹੀਂ ਸੀ ਪਾਈ। ਉਹ ਧੁੰਦੂਕਾਰ ਦਾ ਸਮਾਂ ਸੀਗਾ, ਉਦੋਂ ਵੀ ਪਰਮੇਸ਼ਰ ਸਮਾਧੀ ਸਥਿਤ ਸੀ। ਇੱਕ ਪ੍ਰਗਟ ਇੱਕ ਗੁਪਤਾ। ਪੰਜਵਾਂ ਅਰਥ, ਇੱਕ ਨਾ ਬ੍ਰਹਮ ਗਿਆਨੀਆਂ ਦੇ ਅੰਦਰ ਪਰਮੇਸ਼ਰ ਪ੍ਰਗਟ ਰੂਪ ਹੈ, ਔਰ ਇੱਕ ਨਾ ਜਗਿਆਸੂਆਂ ਦੇ ਅੰਦਰ ਗੁਪਤ ਰੂਪ ਹੈ। ਭਾਵ ਉਹਨਾਂ ਨੂੰ ਰੋਗ ਗਿਆਨ ਹੁੰਦਾ ਹੈ। ਇੱਕ ਧੁੰਦਕਾਰੋ ਇੱਕ ਨਾ ਪਾਂਬਰ ਪੁਰਖਾਂ ਦੇ ਹਿਰਦੇ ਅੰਦਰ ਅਗਿਆਨ ਦਾ ਕੁੱਪ ਹਨੇਰਾ ਪਾ ਛੱਡਿਆ ਹੈ। ਇਹ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਕੀਤੇ ਹੋਏ ਪੰਜ ਅਰਥ ਆਪਣੇ ਸਰਵਣ ਕੀਤੇ ਨੇ। ਆਦ ਮਦ ਅੰਤ ਪ੍ਰਭ ਸੋਈ। ਆਦ ਮੁੱਢ ਵਿੱਚ, ਮੱਧ ਵਿਚਕਾਰਲੇ ਸਮੇਂ ਵਿੱਚ ਤੇ ਅੰਤ ਅਖੀਰਲੇ ਸਮੇਂ ਵਿੱਚ ਜਾਂ ਤਿੰਨਾਂ ਕਾਲਾਂ ਵਿੱਚ ਉਹ ਪਰਮੇਸ਼ਰ ਆਪ ਹੀ ਵਿਆਪਕ ਹੈ। ਕਹੁ ਨਾਨਕ ਸਾਚ ਵਿਚਾਰੋ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਅਸੀਂ ਸੱਚਾ ਵਿਚਾਰ ਕਥਨ ਕੀਤਾ ਹੈ। ਸਾਰਗ ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਸਾਰੰਗ ਰਾਗ ਵਿੱਚ ਸ਼ੋਭਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਬਿਨ ਪ੍ਰਭ ਰਹਿਣ ਨ ਜਾਏ ਕਰੀ। ਦੁਨੀਆ ਦਾ ਪਤਾ ਨਹੀਂ ਕਿਵੇਂ ਸਰਦਾ ਵੇਲਿਆਂ ਦਾ, ਹੱਥ ਤੇ ਹੱਥ ਰੱਖ ਕੇ ਬੈਠੇ ਰਹਿੰਦੇ, ਜਾਂ ਤਾਸ਼ ਖੇਡਦੇ ਰਹਿੰਦੇ, ਗੱਲਾਂ ਮਾਰਦੇ ਰਹਿੰਦੇ। ਰਾਤਾਂ ਹੀ ਬੜੀਆਂ ਲੰਮੀਆਂ ਨੇ। ਫਰੀਦਾ ਰਾਤੀ ਵੱਡੀਆਂ, ਧੁੱਖ ਤੋਂ ਉੱਠਣ ਬਾਸ, ਸੁੱਤਾ ਵੀ ਕਿਹੜਾ ਜਾਂਦਾ। ਪਾਸੇ ਧੁੱਖ ਤੋਂ ਉੱਠਦੇ ਨੇ। ਤਿਕ ਤਨਾਂ ਦਾ ਜੀਵਿਆ ਜਿਨ੍ਹਾਂ ਵਡਾਣੀ ਆਸ। ਜਿਨ੍ਹਾਂ ਨੂੰ ਦੂਸਰੇ ਦੀ ਆਸ ਹੈ, ਉਹਨਾਂ ਦੇ ਜੀਵਨ ਨੂੰ ਫਰੀਦ ਜੀ ਕਹਿੰਦੇ ਤ੍ਰਿਗਾਕਾਰ ਹੈ। ਅੱਜ ਨਾ ਸੁੱਤੀ ਕੰਧ ਸਿਓ ਅੰਗ ਮੁੜੇ ਮੁੜ ਜਾਏ। ਜਾਏ ਪੁੱਛੋੜੋ ਹਾਕਣੀ ਦੁਖੀ ਰਹਿਣ ਵਿਹਾਏ। ਅੱਜ ਸਾਡੀ ਬਿਰਤੀ ਪਰਮੇਸ਼ਰ ਦੇ ਨਾਮ ਦੇ ਵਿੱਚ, ਸ਼ਬਦ ਦੇ ਵਿੱਚ ਜੁੜਨ ਰੂਪ ਸੁੱਤੀ ਨਹੀਂ, ਤੇ ਸਾਡਾ ਅੰਗ ਹਿਰਦਾ ਮੁੜ ਮੁੜ ਜਾ ਰਿਹਾ ਹੈ, ਕੰਗੜਾਈਆਂ ਲੈ ਰਿਹਾ ਹੈ। ਜਾ ਕੇ ਉਹਨਾਂ ਛੁੱਟੜਾਂ ਨੂੰ, ਮਨਮੁਖਾਂ ਨੂੰ ਪੁੱਛੋ ਕਿ ਤੁਸੀਂ ਆਪਦੇ ਦਿਨ ਅਤੇ ਰਾਤ ਦੁੱਖਾਂ ਦੇ ਵਿੱਚ ਕਿਵੇਂ ਬਤੀਤ ਪਏ ਕਰਦੇ ਹੋ। ਸੋ ਮਹਾਰਾਜ ਪਰਮੇਸ਼ਰ ਦੇ ਭਜਨ ਸਿਮਰਨ ਤੋਂ ਬਗੈਰ ਇੱਕ ਘੜੀ ਨਾ ਮਿਲਤੇ
ਤਾਂ ਕਲ ਯੁਗ ਹੋਤਾ। ਹੁਣ ਕਦ ਮਿਲੀ ਹੈ ਪ੍ਰਿय ਤੁਧ ਭਗਵੰਤਾ। ਮੋਹਿਰ ਨ ਬਿਹਾਵੈ ਨੀਤ ਨ ਆਵੈ। ਬਿਨ ਦੇਖੇ ਗੁਰ ਦਰਬਾਰੀ ਜੀਓ ਹਉ ਕੋਲੀ ਜੀਓ ਘੋਲ ਘੁਮਾਈ। ਗੁਰ ਦਰਸ਼ਨ ਸੰਤ ਪਿਆਰੇ ਜੀਓ। ਸਿਆਣਿਆਂ ਦਾ ਕਹਿਣਾ ਇਹ ਦਰਖਤ ਭਾਵੇਂ ਦਰਖਤ ਹੀ ਹੈ, ਕੱਲਾ ਤਾਂ ਉਹ ਵੀ ਮਾੜਾ ਹੈ, ਭਾਵੇਂ ਕਿਤੇ ਵੀ ਖੜਾ ਹੈ। ਤੋ ਸਾਧ ਸੰਗਤ ਕਹਿ ਚੱਲੀ ਰਹੇ ਸੰਗਤ ਦੇ ਵਿੱਚ ਰਹਿਣਾ ਚਾਹੀਦਾ ਹੈ। ਸੰਗਤ ਤੋਂ ਬਗੈਰ ਤਾਂ ਸਾਡਾ ਇੱਕ ਮਿੰਟ ਗੁਜ਼ਾਰਾ ਨਹੀਂ, ਇੱਕ ਘੜੀ ਵੀ ਸਾਡੀ ਬਤੀਤ ਕਰਨੀ ਔਖੀ ਹੋ ਜਾਂਦੀ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਮੈਜੋਰਟੀ ਵਿੱਚ ਰਹਿਣਾ ਚਾਹੀਦਾ ਹੈ। ਪਰਮੇਸ਼ਰ ਦੇ ਭਜਨ ਸਿਮਰਨ ਤੋਂ ਬਗੈਰ, ਸੰਗਤ ਦੇ ਦਰਸ਼ਨਾਂ ਤੋਂ ਬਗੈਰ, ਗੁਰੂ ਸਾਹਿਬ ਜੀ ਦੀ ਹਾਜ਼ੂਰੀ ਤੋਂ ਬਗੈਰ ਇੱਕ ਘੜੀ ਵੀ ਗੁਰਮੁਖ ਪੁਰਖ ਤੋਂ ਰਿਹਾ ਨਹੀਂ ਜਾਂਦਾ। ਸਰਬ ਸੁਖ ਤਾਹੁ ਕੈ ਪੂਰਨ। ਉਸ ਗੁਰਮੁਖ ਦੇ ਅੰਦਰ ਸਾਰੇ ਸੁਖ ਪੂਰਨ ਲਬਾਲਬ ਭਰੇ ਹੋਏ ਹਨ। ਸਾਕੈ ਸੁਖ ਹਰੀ। ਜਿਸ ਦੇ ਹਿਰਦੇ ਵਿੱਚ ਹਰੀ ਦੇ ਨਾਮ ਦਾ ਸੁਖ ਹੈ ਜਾਂ ਹਰੀ ਪਰਮੇਸ਼ਰ ਦੀ ਪ੍ਰਾਪਤੀ, ਭਾਵ ਸਖਿਆਤਤਾ ਦਾ ਸੁਖ ਆਨੰਦ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ ਮੰਗਲ ਰੂਪ ਪ੍ਰਾਨ ਜੀਵਨ ਧਨ। ਜੋ ਪਰਮੇਸ਼ਰ ਮੰਗਲ ਆਨੰਦ ਸਰੂਪ ਪ੍ਰਾਣਾਂ ਨੂੰ ਦੇਣ ਵਾਲਾ, ਸਭ ਦਾ ਜੀਵਨ ਰੂਪ ਅਤੇ ਸਭ ਨੂੰ ਧਨ ਪਦਾਰਥ ਦੇਣ ਵਾਲਾ ਹੈ। ਸਿਮਰਤਿ ਆਨੰਦ ਕਨਾ। ਉਸ ਦਾ ਸਿਮਰਨ ਕਰਕੇ ਆਨੰਦੋ ਆਨੰਦ ਘਨਾ। ਮੈਂ ਸੋ ਪ੍ਰਭ ਡੀਠਾ ਰਾਮ ਚਾਖਿਆੜਾ ਮੈਂ ਰਸ ਮੀਠਾ ਰਾਮ। ਬਹੁਤ ਆਨੰਦ ਸੁਖ ਪ੍ਰਾਪਤ ਹੁੰਦਾ ਹੈ ਜਾਂ ਜੀਵਨ ਮੁਕਤੀ ਦੀ ਪ੍ਰਾਪਤੀ ਵਾਲਾ ਘਣਾ ਬ੍ਰਹਮਾਨੰਦ ਪ੍ਰਾਪਤ ਹੁੰਦਾ ਹੈ। ਵਡ ਸਮਰਥਾਇ ਸਦਾ ਸਦ ਸੰਗੇ। ਪਰਮੇਸ਼ਰ ਵੱਡਾ ਸਰਬ ਸ਼ਕਤੀਮਾਨ ਅਤੇ ਹਮੇਸ਼ਾ ਹਮੇਸ਼ਾ ਨਾਲ ਰਹਿਣ ਵਾਲਾ ਹੈ। ਨਰਸਨ ਕਵਨ ਪਨਾ। ਮੈਂ ਉਸਦੇ ਕਿਹੜੇ ਕਿਹੜੇ ਗੁਣ ਜ਼ਬਾਨ ਦੇ ਨਾਲ ਉਚਾਰਨ ਕਰਾਂ, ਕਿਉਂਕਿ ਉਸਦੇ ਵਿੱਚ ਬੇਅੰਤ ਗੁਣ ਹਨ। ਮਾਨ ਪਵਿੱਤਰਾ ਮਾਨ ਪਵਿੱਤਰਾ। ਇਹ ਪਰਮੇਸ਼ਰ ਜਿਸ ਥਾਂ ਤੇਰੇ ਨਾਮ ਜਪਣ ਵਾਲੀ ਸਤਸੰਗਤ ਜੁੜਦੀ ਹੈ, ਉਹ ਅਸਥਾਨ ਵੀ ਪਵਿੱਤਰ ਉਜਲ ਹੈ। ਜਿੱਥੇ ਸਤ ਸੰਗਤ ਦਾ ਮਾਣ ਹੁੰਦਾ, ਸਤਿਕਾਰ ਹੁੰਦਾ, ਉਹ ਮਾਣ ਸਤਿਕਾਰ ਵਾਲਾ ਸਥਾਨ ਵੀ ਪਵਿੱਤਰ ਉਜਲਾ ਹੈ। ਪਵਿੱਤਰ ਸੁਨਨ ਕਾ ਕਹਿਣ ਹਾਰੇ। ਸਤ ਸੰਗਤ ਰੂਪ ਥਾਂ ਵਿੱਚ ਤੇਰਾ ਜਸ ਸਰਵ ਕਰਨ ਵਾਲੇ ਅਤੇ ਕਹਿਣ ਵਾਲੇ ਵੀ ਉਜਲ ਹਨ। ਜਾਂ ਇਸੇ ਪ੍ਰਕਾਰ ਤਾਨ ਪਵਿੱਤਰਾ ਮਾਨ ਪਵਿੱਤਰਾ। ਉਹ ਹਿਰਦਾ ਰੂਪੀ ਥਾਂ ਵੀ ਪਵਿੱਤਰ ਹੈ ਅਤੇ ਸ਼ਰਧਾ ਵਾਲਾ ਮਨ ਵੀ ਪਵਿੱਤਰ ਹੈ। ਪਵਿੱਤਰ ਸੁਨਨ ਕਹਿਣ ਹਾਰੇ। ਅਤੇ ਤੇਰੇ ਜਸ ਨੂੰ ਸਰਵਣ ਕਰਨ ਵਾਲੇ, ਕਹਿਣ ਵਾਲੇ, ਭਾਵ ਨਿਧਿਆਸਨ ਕਰਨ ਵਾਲੇ ਵੀ ਪਵਿੱਤਰ ਉਜਲ ਹਨਗੇ। ਇਸੇ ਪ੍ਰਕਾਰ ਤਾਨ ਪਵਿੱਤਰਾ ਮਾਨ ਪਵਿੱਤਰਾ। ਤੇਰਾ ਸਰੂਪ ਰੂਪੀ ਥਾਂ ਵੀ ਪਵਿੱਤਰ ਹੈ, ਮੰਨਣ ਗਿਆਨ ਵੀ ਪਵਿੱਤਰ ਹੈ। ਜਾਂ ਜਿਸ ਦੇ ਅੰਦਰ ਖਟ ਪ੍ਰਮਾਣਾਂ ਕਰਕੇ ਵਿਧੀ ਪੱਖ ਦੁਆਰਾ ਬ੍ਰਹਮ ਗਿਆਨ ਬਖਸ਼ਿਆ, ਉਹ ਹਿਰਦਾ ਵੀ ਪਵਿੱਤਰ ਹੈ, ਕਿਉਂਕਿ ਉਸਨੇ ਵਿਧੀ ਪੱਖ ਦੁਆਰਾ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ
ਸਾਰਿਆਂ ਦੇ ਅੰਦਰ ਤੇਰੇ ਸਰੂਪ ਨੂੰ ਵੇਖਣਾ ਕੀਤਾ ਹੈ। ਪਵਿੱਤਰ ਸੁਨਨ ਕਹਿਨ ਹਾਰੇ, ਤੇਰੇ ਜਸ ਨੂੰ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਨਾਲ ਸੁਣਨ ਵਾਲੇ, ਪ੍ਰੀਤੀ ਰੂਪ ਰਸਨਾ ਨਾਲ ਕਥਨ ਕਰਨ ਵਾਲੇ ਵੀ ਪਵਿੱਤਰ ਹਨ। ਕਹੋ ਨਾਨਕ ਤੇ ਭਵਨ ਪਵਿੱਤਰਾ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਕਿ ਉਹ ਜਿਹੜੇ ਘਰ ਨੇ ਪ੍ਰਤੱਖ ਘਰ ਜਾਂ ਸਰੀਰ ਰੂਪੀ ਘਰ ਜਾਂ ਤੁਰਿਆ ਪਦ ਰੂਪ ਘਰ ਉਜਲੇ ਹਨ। ਜਾ ਮਹਿ ਸੰਤ ਤੁਮਾਰੇ, ਜਿਸ ਵਿੱਚ ਤੇਰੇ ਸੰਤ ਮਹਾਤਮਾ ਜਨ ਵਸਦੇ ਹਨ। ਸਾਰਗ ਮਹੱਲਾ ਪੰਜਵਾ। ਸਾਰੰਗ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਕਥਨ ਕਰਦੇ ਨੇ। ਰਸਨਾ ਜਪਤੀ ਤੂੰ ਹੀ ਵਾਹਿਗੁਰੂ 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 ਵਾਹਿਗੁਰੂ। ਇਹ ਪਰਮੇਸ਼ਰ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਸਰਗੁਣ ਸਰੂਪ ਹੈ, ਤੂੰ ਹੀ ਨਿਰਗੁਣ ਸਰੂਪ ਹੈ, ਤੂੰ ਹੀ ਇਸ ਲੋਕ ਵਿੱਚ ਹੈ, ਤੂੰ ਹੀ ਪਰਲੋਕ ਵਿੱਚ ਹੈ, ਤੂੰ ਹੀ ਜੀਵ ਰੂਪ ਹੈ, ਤੂੰ ਹੀ ਈਸ਼ਰ ਰੂਪ ਹੈ। ਇਉਂ ਮੇਰੀ ਰਸਨਾ ਮੇਰੀ ਜ਼ਬਾਨ ਹਰ ਵਕਤ ਤੈਨੂੰ ਹੀ ਜਪਦੀ ਰਹਿੰਦੀ ਹੈ। ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਮਨਾ ਦੇ ਕਿਨਾਰੇ ਗੁਰਦੁਆਰਾ ਸ੍ਰੀ ਪੌਂਡਾ ਸਾਹਿਬ ਸ੍ਰੀ ਅਕਾਲ ਉਸਤਤ ਉਚਾਰਦਿਆਂ ਹੋਇਆਂ ਤੂੰ ਹੀ 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 16,000 ਵਾਰ ਉਚਾਰ ਦਿੱਤਾ। ਫਿਰ ਸੋਚਿਆ ਕਿ ਗ੍ਰੰਥ ਤਾਂ ਇਹਦੇ ਨਾਲ ਹੀ ਭਰ ਜਾਵੇਗਾ। ਫਿਰ 16 ਵਾਰ ਰੱਖਿਆ ਸੀਗਾ। ਇਉਂ ਮਹਾਰਾਜ ਮੇਰੀ ਰਸਨਾ ਤੂੰ ਹੀ ਤੈਨੂੰ ਹੀ ਜਪਦੀ ਹੈ। ਮਾਤ ਗਰਭ ਤੁਮ ਹੀ ਪ੍ਰਤਪਾਲਕ, ਕਿਉਂ ਜਪਦੀ ਹੈ? ਕਿਉਂਕਿ ਇਹ ਪਰਮੇਸ਼ਰ ਮਾਤਾ ਦੇ ਉਦਰ ਵਿੱਚ ਵੀ ਤੂੰ ਹੀ ਪਾਲਣਾ ਕਰਨ ਵਾਲਾ ਹੈ। ਮ੍ਰਿਤ ਮੰਡਲਾ ਇੱਕ ਤੂੰ ਹੀ, ਮ੍ਰਿਤ ਇਸ ਮਾਤ ਲੋਕ ਦੇ ਵਿੱਚ ਵੀ ਤੂੰ ਹੀ ਵਿਆਪਕ ਹੈ। ਮਾਤਾ ਦੀ ਉਦਰ ਵਿੱਚ ਵੀ ਤੂੰ ਹੀ ਪਾਲਣਾ ਕਰਨ ਵਾਲਾ ਸੀ ਤੇ ਮਰਨ ਤੋਂ ਬਾਅਦ ਪਰਲੋਕ ਦੇ ਵਿੱਚ ਵੀ ਤੂੰ ਹੀ ਮਹਾਰਾਜ ਸਾਡਾ ਰਾਖਾ ਹੋਵੇਗਾ। ਰਹਾਉ ਵਿਸ਼ਰਾਮ ਦੇ ਕੇ ਫੁਰਮਾਨ ਕਰਦੇ ਨੇ। ਤੁਮ ਹੈ ਪਿਤਾ ਤੁਮ ਹੀ ਭਨ ਮਾਤਾ, हे परमेश्वर तू ही निमित्त कारण होने करके पिता रूप है, तू ही अभिन्न निमित्त उपादान कारण होने करके पुनः माता रूप है। ते फिर तुम है मीत हित भ्राता, तू ही मित्र हितु अति भरा रूप है। या मित्र भाई गुरदास जी आदि, हितु बाबा बुढ़ा साहब जी आदि ਅਤੇ ਭਰਾ ਮਹਾਦੀਵਾਦਕ ਵੀ ਤੂੰ ਹੀ ਹੈ। ਇਸੇ ਪ੍ਰਕਾਰ ਤੁਮ ਹੈ ਪਿਤਾ ਤੁਮ ਹੀ ਭਨ ਮਾਤਾ, ਤੂੰ ਹੀ ਸੰਤੋਖ ਰੂਪ ਪਿਤਾ ਹੈ, ਤੂੰ ਹੀ ਪੁਨः ਖਿਮਾ ਰੂਪ ਮਾਤਾ ਹੈ ਅਤੇ ਤੂੰ ਹੀ ਤੁਮ ਹੈ ਮੀਤਾ ਹਿਤ ਭਰਾਤਾ। ਖਟ ਸੰਧੀ ਮੋਕਿਸ਼ਾ ਰੂਪ ਮਿੱਤਰ ਸਤ ਸੰਦੋਖ ਦੇ ਆਦਿਕ ਸ਼ੁਭ ਗੁਣ ਰੂਪ ਹੇਤੋ ਤੇ ਸ਼੍ਰਵਣ ਮੰਨਨ ਇਤਿਹਾਸਨ ਰੂਪ ਭਰਾ ਰੂਪ ਹੈ। ਤੁਮ ਪਰਵਾਰ ਤੁਮ ਹੈ ਆਧਾਰਾ, ਤੂੰ ਹੀ ਮੇਰਾ ਪ੍ਰਤੱਖ ਪਰਿਵਾਰ ਰੂਪ ਹੈ, ਤੂੰ ਹੀ ਮੇਰਾ ਭਗਤੀ ਦੇਵੀ ਸੰਪਦਾ ਰੂਪ ਪਰਿਵਾਰ ਹੈ ਔਰ ਤੂੰ ਹੀ ਮਨ ਦਾ ਆਸਰਾ ਰੂਪ ਹੈ। ਤੁਮ
तुम है जिय प्राण दाता। तू ही सारे जीवां नूं प्राण देने वाला दाता है। या प्राण पहचानिया कि तू ही एक दाता सब जगत भिखारी है। हर जाच है सब मंग मंगना। तुम है खजीना तुम है जरीना। तू ही खजाना रूप है। तू ही जरीना सोने का लटापटा अमोलक पदार्थ सोने दियां तारां द्वारा तैयार किया वस्त्र जरी बाफ्ती का वस्त्र है। इस प्रकार तुम है खजीना तुम है जरीना। तू ही साध संगत हृदय रूप खजाना है। तू ही प्रेम रूप जरी बाफ्ती का वस्त्र है। इस प्रकार तुम है खजीना तुम है जरीना। तू ही संत जना दे हृदय रूप शुभ गुण का खजाना बनया होया है। तू ही नाम रूप दौलत है। तुम ही मानक लाला। तू ही लाल अति मानक वाता मुल्क है। या तू ही श्रवण मनन निध्यासन रूप मानक अति प्रेम रूपी लाल है। तुम है पार जात गुर ते पाए। परमेश्वर तू ही कलपत्र वृक्ष की तरह सब पदार्थों देन वाला है। या अभ्यास रूप कलपत्र वृक्ष है। जद सतगुरां तो उपदेश लैके तैनू पाउना कीता तो नानक भये निहला। सतगुरु साहब जी कथन करते ने असी निहाल हो गए दुखों तो रहत हो गए हाँ। सारग महला पंजवा। पंजवें पातशाह शहीदां दे सरताज धन सतगुरु अर्जन देव साहब जी महाराज शुभ पावन उपदेश की बख्शिश करते ने। जाहू गाहू अपनों ही चित आवे। जिस किसी नूं भी विपता मिले अपना प्यारा संबंधी ही चेते आउंदा है। इसी प्रकार जिथे किते भी लोड़ पवे मैनू अपना प्यारा परमेश्वर ही चेते आउंदा है। जो काहू को चेरो होवत। जेड़ा कोई किसी दा सेवक हुंदा है ठाकर ही पह जावा। वो अपने स्वामी दे कोल ही जांदा है। रहाओ विश्राम दे के फरमाउंदे ने। अपने पह दुखा अपने पह सुखा। अपने प्यारे मालिक दे कोल ही दुख दी निवृत्ति वास्ते कहीदा है। अपने प्यारे मालिक कोल ही सुख की प्राप्ति वास्ते बेनती करी दी है। अपने ही पह बिरथा। अपने प्यारे मालिक दे कोल ही पीड़ा हालत बयान करी दी है। अपने पहमान अपने पहताना। अपने प्यारे मालिक दे कोल जाके उसका ही सत्कार करीदा है। या अपने मालिक दे उत्ते ही मान करीदा है। अपने प्यारे मालिक दे कोल भाव मालिक ते ही ताना बल हुंदा है। अपने ही पह अर्था। अपने प्यारे मालिक दे कोल ही पदार्थों की प्राप्ति बाबत कहीदा है। इस प्रकार अपने पहमान अपने पहताना। अपने प्यारे गुरां दे कोल आप गुरां दे उत्ते ही मान करीदा या आसरा लेना करीदा ते अपने गुरां दे कोलों ही विवेक रूप बल लेना करीदा है। अपने ही पह अर्था। अपने गुरां दे कोलों ही
ਲੋਕ ਪਰਲੋਕ ਦੇ ਪਦਾਰਥਾਂ ਦੀ ਪ੍ਰਾਪਤੀ ਬਾਬਤ ਬੇਨਤੀ ਕਰੀਦੀ ਹੈ, ਜਾਂ ਆਪਣੇ ਪਿਆਰੇ ਗੁਰਾਂ ਦੇ ਕੋਲ ਹੀ ਅਰਥ ਸੰਸਾਰੀ ਦੁੱਖਾਂ ਜਾਂ ਜੰਮਣ ਮਰਨ ਦੇ ਦੁੱਖਾਂ ਦੀ ਨਿਵਰਤੀ ਅਰਥ ਯਾਨੀ ਵਾਸਤੇ ਕਹੀਦਾ ਹੈ। ਆਪਣੇ ਪਿਆਰੇ ਗੁਰਾਂ ਦੇ ਕੋਲ ਹੀ ਆਤਮਕ ਆਨੰਦ ਰੂਪੀ ਸੁਖ ਦੀ ਪ੍ਰਾਪਤੀ ਵਾਸਤੇ ਬੇਨਤੀ ਕਰੀਦੀ ਹੈ। ਆਪਣੇ ਪਿਆਰੇ ਗੁਰਾਂ ਦੇ ਕੋਲ ਹੀ ਵਿਦਿਆ ਦੀ ਬਿਰਥਾ ਕੀੜਾ ਮਿਟਣ ਵਾਸਤੇ ਬੇਨਤੀ ਕਰੀਦੀ ਹੈ। ਕਿ ਨਹੀਂ ਰਾਜ ਜੋ ਬਨ ਧਨ ਮਿਲਖਾ। ਕਿਸੇ ਨੇ ਰਾਜ ਭਾਗ ਪਾ ਲਿਆ, ਕਿਸੇ ਨੇ ਜਵਾਨੀ ਵਿੱਚ ਖੁਸ਼ੀ ਮਾਣ ਲਈ ਹੈ, ਤੇ ਕਿਸੇ ਨੇ ਧਨ ਦੌਲਤ ਇਕੱਠੀ ਕਰ ਲਈ ਹੈ, ਕਿਸੇ ਨੇ ਜਗੀਰਾਂ ਬਣਾ ਲਈਆਂ ਨੇ, ਗੋਰਿਆਂ ਦੀ ਟੌਡੀ ਕਰਕੇ ਲੋਕਾਂ ਨੇ ਕਿਲੇ ਲੈ ਲਏ, ਜਗੀਰਦਾਰ ਬਣ ਗਏ, ਤੇ ਮੁੰਡੇ ਮਰਵਾ ਕੇ ਨਸ਼ੇ ਵੇਚ ਕੇ ਅਰਬਾਂ ਕਰੋੜਾਂ ਰੁਪਈਏ ਇਕੱਠੇ ਕਰ ਲਏ। ਰਾਜ ਭਾਗ, ਗੱਦੀਆਂ, ਕੁਰਸੀਆਂ ਉਹਨਾਂ ਦੇ ਭਾਣੇ ਤੇ ਉਹਨਾਂ ਦੀ ਵੀ ਆਜ਼ਾਦੀ ਹੈ। ਬਾਕੀ ਜਿਹੜੇ ਆਮ ਗਰੀਬ ਬੰਦੇ ਨੇ ਉਹਨਾਂ ਨੂੰ ਤਾਂ ਆਜ਼ਾਦੀ ਦਾ ਅੱਜ ਤੱਕ ਕੋਈ ਲਾਭ, ਕੋਈ ਫਾਇਦਾ ਨਹੀਂ ਹੋਇਆ। ਇਹ ਮਹਾਰਾਜ ਕਹਿੰਦੇ ਨੇ ਕਿ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ, ਸਭ ਦੁਨੀਆ ਆਪੋ ਤਾਪ ਦੇ ਵਿੱਚ ਪਈ ਹੋਈ ਹੈ। ਕਿ ਨਹੀਂ ਬਾਪ ਮਹਤਾਰੀ। ਕਿਸੇ ਨੇ ਆਪ ਦੇ ਪਿਓ ਨਾਲ, ਕਿਸੇ ਨੇ ਮਾਂ ਦੇ ਨਾਲ ਮੋਹ ਲਾਇਆ ਹੋਇਆ, ਆਸਰਾ ਲਿਆ ਹੋਇਆ ਹੈ। ਮਤਲਬ ਦੁਨੀਆ ਦੇ ਵਿੱਚ ਸਮਾਈ ਉਸੇ ਬੰਦੇ ਦੀ ਹੈ, ਭਾਵੇਂ ਘਰ ਦੇ ਵਿੱਚ ਹੈ ਤੇ ਭਾਵੇਂ ਬਾਹਰ ਹੈ। ਪਾਰਟੀ ਤਾਂ ਬਣਾਉਣੀ ਪਊਗੀ। ਜੇ ਕਿਸੇ ਵੀ ਪਾਰਟੀ ਦੇ ਵਿੱਚ ਨਹੀਂ ਤੇ ਫਿਰ ਕੋਈ ਕੰਮ ਹੀ ਨਹੀਂ ਹੋਊਗਾ। ਘਰ ਦੀ ਵੀ ਮਾਂ ਦੇ ਪਿਓ ਦੀ ਵੱਖੋ ਵੱਖਰੀ ਪਾਰਟੀ, ਅੱਜ ਕਲਯੁਗ ਦਾ ਸਮਾਂ। ਤੋ ਇਸ ਵਾਸਤੇ ਕਿਸੇ ਨੇ ਆਪਦੇ ਮਾਂ ਦੇ ਨਾਲ ਮੋਹ ਪਾਇਆ, ਕਿਸੇ ਨੇ ਪਿਓ ਨਾਲ, ਕਿਸੇ ਨੇ ਰਾਜੇ ਨਾਲ, ਕਿਸੇ ਨੇ ਜਗੀਰਦਾਰ ਨਾਲ, ਕਿਸੇ ਨੇ ਪੈਸੇ ਇਕੱਤਰ ਕਰਕੇ ਰਿਸ਼ਵਤ ਦੇ ਕੇ ਲੋਕਾਂ ਨੂੰ ਅਪਣਾਇਆ ਹੋਇਆ ਹੈ। ਇਸੇ ਪ੍ਰਕਾਰ ਕਿ ਨਹੀਂ ਰਾਜ ਜੋ ਬਨ ਧਨ ਮਿਲਖਾ। ਕਿਸੇ ਨੇ ਗਿਆਨ ਰੂਪੀ ਰਾਜ ਦੀ ਇੱਛਾ ਕੀਤੀ ਹੈ, ਕਿਸੇ ਨੇ ਸ਼ੌਕ ਅਵਸਥਾ ਰੂਪ ਜੋਬਨ ਦੀ ਇੱਛਾ ਕੀਤੀ ਹੈ, ਕਿਸੇ ਨੇ ਸ਼ੁਭ ਗੁਣ ਰੂਪ ਧਨ ਦੀ ਇੱਛਾ ਕੀਤੀ ਹੈ, ਕਿਸੇ ਨੇ ਕਰੁਣਾ ਮਦਤਾ ਮੈਤਰੀ ਰੂਪ ਜਗੀਰਾਂ ਦੀ ਇੱਛਾ ਕੀਤੀ ਹੈ। ਕਿ ਨਹੀਂ ਬਾਪ ਮਹਤਾਰੀ। ਕਿਸੇ ਨੇ ਸੰਤੋਖ ਰੂਪ ਪਿਤਾ ਤੇ ਖਿਮਰੂ ਮਾਤਾ ਦੀ ਓਟ ਲਈ ਹੈ। ਸਰਬ ਥੋਕ ਨਾਨਕ ਗੁਰ ਪਾਏ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਕਿ ਅਸੀਂ ਤਾਂ ਭਾਈ ਸਤਿਗੁਰਾਂ ਨੂੰ ਹੀ ਪਾ ਕੇ ਸਾਰੇ ਜਿੰਨੇ ਵੀ ਥੋਕ ਪਦਾਰਥ, ਧਰਮ, ਅਰਥ, ਕਾਮ, ਮੋਖ ਆਦਿਕ ਗੁਰਦੁਆਰਿਓਂ ਹੀ ਪਾ ਲਏ ਨੇ, ਗੁਰਾਂ ਦੇ ਚਰਨਾਂ ਵਿੱਚੋਂ ਹੀ। ਇਸੇ ਪ੍ਰਕਾਰ ਸਰਬ ਥੋਕ ਨਾਨਕ ਗੁਰ ਪਾਏ। हे ਗੁਰੂ ਜੀ, ਤੇਰੀ ਪ੍ਰਾਪਤੀ ਕਰਕੇ ਸਾਰੇ ਨਾਮ, ਪ੍ਰੇਮ, ਗਿਆਨ ਆਦਿਕ ਸਾਰੇ ਪਦਾਰਥ ਤੇਰੇ ਚਰਨਾਂ ਵਿੱਚੋਂ ਹੀ ਪਾ ਲਏ ਨੇ। ਮਹਾਂਪੁਰਖਾਂ ਦਾ ਹੁਕਮ ਹੈ ਕਿ ਗੁਰਦੁਆਰੇ ਦਾ ਜੋ ਗ੍ਰੰਥੀ ਹੁੰਦਾ ਹੈ ਉਹ ਕਿਸੇ ਵੀ ਪਾਰਟੀ ਵਿੱਚ ਨਾ ਆਵੇ, ਕਿਉਂਕਿ ਇੱਥੇ ਤਾਂ ਸਾਰਿਆਂ ਨੇ ਅਰਦਾਸ ਕਰਾਉਣੀ ਹੁੰਦੀ ਹੈ। ਤੇ ਜੇ ਪਾਰਟੀਬਾਜ਼ੀ 'ਚ ਪੈ ਗਿਆ ਫਿਰ ਉਹ ਗੁਰੂ ਘਰ ਸਾਂਝਾ ਕਿਵੇਂ ਰਿਹਾ? ਇਹੀ ਤਾਂ ਸਾਂਝੀ ਵਾਲਤਾ ਹੈ। ਇਸ ਲਈ ਇਹ ਬਾਹਰੀ ਤੌਰ ਤੇ ਵੀ ਤੇ ਅੰਤਰੀ ਤੌਰ ਤੇ ਵੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਦਰ ਸਭਨਾਂ ਲਈ ਸਾਂਝਾ ਹੈ। ਆਪਾਂ ਤਾਂ ਇੱਥੋਂ ਹੀ ਸਭ ਕੁਝ ਪ੍ਰਾਪਤ ਕਰਨਾ ਹੈ ਤੇ ਕਰ ਰਹੇ ਹਾਂ ਤੇ ਕੀਤਾ ਹੋਇਆ ਹੈ। ਭਾਵੇਂ ਕੋਈ ਜਿੰਨਾ ਮਰਜ਼ੀ ਰਾਜਾ ਬਣ ਜਾਏ, ਜਿੰਨਾ ਮਰਜ਼ੀ ਜਗੀਰਦਾਰ ਬਣ ਜਾਏ, ਸਾਨੂੰ ਤਾਂ ਕਿਸੇ ਨੇ ਕੁਛ ਨਹੀਂ ਦੇਣਾ, ਨਾ ਕੋਈ ਸਾਨੂੰ ਦੇਣ ਜੋਗਾ ਹੈ। ਆਹ ਜਿਹੜੀ ਕਥਾ ਹੈ ਜਾਂ ਕੀਰਤਨ ਹੈ ਜਾਂ ਨਾਮ ਹੈ ਜਾਂ ਮਹਾਰਾਜ ਦੀ ਸੋ ਪ੍ਰੇਮ ਦੀ, ਸ਼ਰਧਾ ਦੀ ਸ਼ਾਂਤੀ ਹੈ, ਉਹ ਤਾਂ ਗੁਰੂ ਦੇ ਚਰਨਾਂ 'ਚੋਂ ਹੀ ਮਿਲੂਗੀ ਨਾ। ਕੋਈ ਇਨਸਾਨ ਥੋੜ੍ਹਾ ਦੇ ਸਕਦਾ ਹੈ।
ਤੇ ਇਸ ਲਈ ਮਹਾਰਾਜ ਦਾ ਬਚਨ ਹੈ ਵੀ ਮਾਨਵ ਕੀ ਟੇਕ ਬਿਰਥੀ ਸਮਝਾਣ ਦੇਵਨ ਕੋ ਇੱਕ ਹੈ ਭਗਵਾਨ। ਇਹੀ ਨਿਸ਼ਚਾ ਹੋਣਾ ਚਾਹੀਦਾ ਗੁਰੂ ਘਰ ਦੇ ਸੇਵਾਦਾਰਾਂ ਦੇ ਮਨਾਂ ਵਿੱਚ, ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੇਵਕਾਂ ਦੇ ਮਨਾਂ ਵਿੱਚ। ਪੂਰਨ ਆਸ ਹਮਾਰੀ, ਇਸ ਲਈ ਤੇਰੇ ਚਰਨਾਂ 'ਚ ਅਰਦਾਸ ਕਰਕੇ ਹੀ ਸਾਡੀ ਆਸਾ ਪੂਰੀ ਹੋਈ ਹੈ, ਪੂਰੀ ਹੋ ਰਹੀ ਹੈ, ਪੂਰੀ ਹੋਵੇਗੀ। ਗੁਰੂ ਦੀ ਪ੍ਰਾਪਤੀ ਕਰਕੇ ਸਾਡੀ ਸਾਰੀ ਉਮੀਦ ਆਸਾ ਸੰਪੂਰਨ ਹੋ ਗਈ ਹੈ। ਕਬੀਰ ਆਸਾ ਕਰੀਏ ਰਾਮ ਕੀ, ਅਵਰੈ ਆਸ ਨਿਰਾਸ, ਨਰਕ ਭਰੈ ਤੇ ਮਨ ਨਹੀਂ, ਜੋ ਹਰ ਨਾਮ ਉਦਾਸ। ਸਾਰਗ ਮਹਲਾ ਪੰਜਵਾ। ਸਾਰਗ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਫੁਰਮਾਨ ਕਰਦੇ ਨੇ। ਝੂਠੋ ਮਾਇਆ ਕੋ ਮਦ ਮਾਨ, ਇਹ ਜੀਵ ਜੋ ਮਾਇਆ ਦਾ ਤੂੰ ਅਹੰਕਾਰ ਸਿਰ ਤੇ ਚੁੱਕੀ ਫਿਰਦਾ ਹੈ, ਇਹ ਜੋ ਜਿਹੜੀ ਤੂੰ ਸ਼ਰਾਬ ਪੀਤੀ ਹੋਈ ਹੈ ਮਾਇਆ ਦੀ, ਮਾਇਆ ਮਤ ਮਾਤਾ, ਬੋਲ ਨਾ ਜਾਣੈ ਮਾਇਆ ਮਤ ਮਾਤਾ, ਮਰਨਾ ਚੀਤ ਨਾ ਆਵੈ। ਮਾਇਆ ਦੀ ਸ਼ਰਾਬ ਪੀ ਕੇ ਤੈਨੂੰ ਬੋਲਣਾ ਵੀ ਨਹੀਂ ਆ ਰਿਹਾ। ਇਹ ਨਸ਼ਾ ਜਿਹੜਾ ਝੂਠਾ ਹੈ। 4 ਦਿਨ ਆਪਣੀ ਨੌਬਤ ਚਲੇ ਬਜਾਏ, ਇਹ ਤੈਨੂੰ ਖਟੀਆ ਗਠੀਆ ਮਟੀਆ ਸੰਗ ਨਾ ਕਸ਼ ਲੈ ਜਾਏ। ਇਹ ਜੋ ਮਾਇਆ ਰੂਪ ਸ਼ਰਾਬ ਦਾ ਹੰਕਾਰ ਹੈ, ਇਹ ਝੂਠਾ ਹੈ। ਇਹਨੂੰ ਪੀ ਕੇ ਤੂੰ ਹਰ ਵਕਤ ਐਵੇਂ ਸਿਰ ਘੁਮਾਉਂਦਾ ਰਹਿੰਦਾ, ਘੁੰਮਣ ਘੇਰੀ ਵਿੱਚ ਪਿਆ ਰਹਿੰਦਾ ਹੈ। ਧਰੋ ਮੋਹ ਦੂਰ ਕਰ ਬਪਰੇ, ਇਹ ਵਿਚਾਰਿਆ ਇਹ ਤੁਸ਼ ਜੀਵ, ਕਿਸੇ ਨਾਲ ਧੋਖੇਬਾਜ਼ੀ ਨਾ ਕਰ, ਕਿਸੇ ਨਾਲ ਛਲ ਨਾ ਕਰ। ਰੱਬ ਨੂੰ ਜਾਣ ਦੇਣੀ ਹੈ। ਕਿਸੇ ਨੂੰ ਮੋਹ ਕਰਕੇ ਆਪਦੇ ਮਗਰ ਲਾ ਕੇ ਉਹਦਾ ਨੁਕਸਾਨ ਨਾ ਕਰ। ਸੋ ਭੋਲੇ ਭਾਲੇ ਜਿਹੜੇ ਲੋਕ ਹੁੰਦੇ ਨੇ, ਚੁਸਤ ਚਲਾਕ ਬੰਦੇ, ਉਹਨਾਂ ਨੂੰ ਕੋਈ ਲਾਲਚ ਦਿਖਾ ਕੇ ਆਪਦੇ ਪਿੱਛੇ ਲਾ ਕੇ ਕਬੂਤਰ ਫੜਨਾ ਹੋਵੇ ਤੇ ਦਾਣਾ ਪਾਈਦਾ, ਕਿਉਂ ਫਰੀ ਦਾ ਲਾਲਚ ਦੇ ਕੇ ਆਪਣੇ ਪਿੱਛੇ ਲਾ ਲੈਂਦੇ ਨੇ ਤੇ ਫਿਰ ਵਸ ਕਰਕੇ ਉਹਨਾਂ ਨੂੰ ਦੁਖੀ ਕਰਦੇ ਨੇ, ਮਨ ਮਰਜ਼ੀ ਦੇ ਕੰਮ ਕਰਾਉਂਦੇ ਨੇ। ਇਸ ਲਈ ਬੱਚਿਆਂ ਨੂੰ ਇਹੀ ਸਮਝਾਈਦਾ ਵੀ ਕਿਸੇ ਕੋਲ ਕੁਝ ਲੈ ਕੇ ਨਹੀਂ ਖਾਣਾ। ਟੌਫੀ ਆਦਿਕ ਦਾ ਛੋਟੀ ਜਿਹੀ ਵਸਤੂ ਦਾ ਹੀ ਲਾਲਚ ਦੇ ਕੇ ਤੇ ਲੋਕ ਬੱਚੇ ਚੁੱਕ ਕੇ ਅੱਗੇ ਜਾਂਦੇ। ਇਸ ਵਾਸਤੇ ਇਹੋ ਜਿਹਾ ਜਿਹੜਾ ਕੰਮ ਕਰਨਾ ਇਹ ਬਹੁਤ ਵੱਡਾ ਵਜਰ ਪਾਪ ਹੈ, ਇਹਨੂੰ ਦੂਰ ਕਰਦੇ। ਇਤਿਆਦਿਕ ਜਿਹੜੀਆਂ ਚੁਸਤੀਆਂ ਨੇ ਇਹਨਾਂ ਨੂੰ ਪਰੇ ਕਰਦੇ, ਨਿਵਰਤ ਕਰਦੇ। ਸੰਗ ਗੋਪਾਲਹ ਜਾਨ, ਅਤੇ ਪ੍ਰਿਥਵੀ ਦੇ ਮਾਲਕ ਪਰਮੇਸ਼ਰ ਨੂੰ ਹਰ ਵਕਤ ਆਪਣੇ ਅੰਗ ਸੰਗ ਜਾਣ ਕੇ ਕੇਵਲ ਉਸੇ ਨਾਲ ਪਿਆਰ ਕਰ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਮਿਥਿਆ ਰਾਜ ਜੋ ਬਨਿਆਰੇ ਉਮਰੇ। ਜੋ ਤੂੰ ਰਾਜ ਭਾਗ ਦਾ ਹੰਕਾਰ ਪਿਆ ਕਰਦਾ ਹੈ, ਜਵਾਨੀ ਦਾ ਹੰਕਾਰ ਕਰਦਾ ਹੈ, ਇਹਦੇ ਵਿੱਚ ਵਿਸ਼ੇ ਭੋਗਣ ਅਤੇ ਉਮਰਾਵ, ਸੂਬੇਦਾਰ, ਨੰਬਰਦਾਰ, ਥਾਣੇਦਾਰ ਇਤਿਆਦਿਕ ਬਣਨ ਦੀ ਇੱਛਾ ਰੱਖਦਾ ਹੈ। ਨੀਰ ਮਲਕ ਯਾਰ ਖਾਨ, ਇਹ ਮਿਥਿਆ ਸਭ ਝੂਠੇ ਅਨੁਭਵੀ ਕਲਪੇ ਹੋਏ ਨੇ। ਲੋਕਾਂ ਦਾ ਕੀ ਹੈ, ਜੋ ਮਰਜ਼ੀ ਬੋਲੀ ਜਾਂਦੇ, ਹਰੇਕ ਨੂੰ ਲੰਬੜਦਾਰ ਕਹੀ ਜਾਣਗੇ। ਤੋ ਇਸ ਲਈ ਮੀਰ ਪਾਤਸ਼ਾਹ ਜਿਹੜੇ ਹਰੇਕ ਨੂੰ ਹੀ ਸ਼ਾਹ ਜੀ ਕਹੀ ਜਾਣਗੇ। ਮਲਕ ਬਲੋਚਾਂ ਦੇ ਵਿੱਚੋਂ ਵੱਡੇ ਸੁਲਤਾਨ ਅਤੇ ਪਠਾਣਾਂ ਦੀ ਪਦਵੀ ਜਾਂ ਸਰਦਾਰਾਂ ਦੇ ਪਠਾਣਾਂ ਦੀ ਪਦਵੀ ਇਤਿਆਦਿਕ ਜਿਹੜੇ ਅਹੁਦੇ ਦੀ ਇੱਛਾ ਰੱਖਦਾ ਹੈ, ਇਹ ਸਭ ਉਹਦੇ ਨਾਸ਼ਵਾਨ ਹਨ, ਲੋਕਾਂ ਦੇ ਦਿੱਤੇ ਹੋਏ ਨੇ ਤੇ ਉਹ ਲੈ ਵੀ ਸਕਦੇ ਹਨ। ਇਸ ਲਈ ਇਹਨਾਂ ਦਾ ਤੂੰ ਮਾਣ ਨਾ ਕਰ। ਮਿਥਿਆ ਕਾਪਰ ਸੁਗੰਧ ਚਤੁਰਾਈ, ਕੱਪੜੇ ਵਸਤਰਾਂ ਦੇ ਉੱਪਰ ਸਾਨੂੰ ਤਾਂ ਉਹੀ ਜ਼ੁਕਾਮ ਲੱਗ ਜਾਂਦਾ, ਨੱਕ ਬੰਦ ਹੋ ਜਾਂਦਾ। ਜੇ ਕੋਈ ਛਿੜਕੇ ਵੀ ਉਹਨੂੰ ਧੂਪ ਵੀ ਦਿਖਾਈ ਨੂੰ ਕਹੀਦਾ ਵੀ ਥੋੜਾ ਜਿਹਾ ਪਰਾਂ ਗੇਟ ਲਾਗੇ।
ਤੋ ਇਸ ਲਈ ਇਹ ਸਭ ਫਜ਼ੂਲ ਦੀਆਂ ਬਾਤਾਂ ਹਨ। ਮੈਂ ਤਾਂ ਇਹ ਵੀ ਸੁਣਿਆ ਵੀ ਇਹਦੇ ਚ ਅਲਕੋਹਲ ਪੈਂਦਾ, ਜਿੰਨੇ ਵੀ ਸੈਂਟ ਇਤਿਆਦਿਕ ਨੇ। ਤੇ ਆਹ ਜਿਹੜੇ ਨੈਚੁਰਲੀ ਮਾਲੀ ਜੇ ਟੈਚੀ ਫੜ ਕੇ ਵੇਚਦੇ ਹੁੰਦੇ ਬੜੇ ਬੜੇ ਕੀਮਤ ਦੇ, ਉਹ ਵੀ ਜਿੱਥੇ ਤੁਪਕਾ ਡਿੱਗ ਗਿਆ, ਰੁਮਾਲੇ ਕਿਹੜਾ ਧੋਈ ਦੇ ਨੇ, ਉਹਨਾਂ ਤੋਂ ਦਾਗ ਨਹੀਂ ਜਾਂਦਾ, ਉਹਦੇ ਤੇ ਮਿੱਟੀ ਪੈ ਕੇ ਦਾਗ ਪੱਕਾ ਹੋ ਜਾਂਦਾ। ਜੇ ਰੂਹ ਦੇ ਨਾਲ ਲਾਓ ਤਾਂ ਥੋੜਾ ਬਹੁਤਾ ਲਾਭ ਹੁੰਦਾ। ਇਸ ਤਰ੍ਹਾਂ ਜਿਹੜੇ ਕੱਪੜਿਆਂ ਦੇ ਅਤਰ ਫਲੇਲ ਛਿੜਕਣਾ, ਸੈਂਟ, ਰੂਹ ਫਰੈਸ਼ ਰਾਦ ਕੇ ਤਾਂ ਨੱਕ ਜ਼ੁਕਾਮ ਦਾ ਹੀ, ਨਸੀਰ ਫੁੱਟਣ ਦਾ ਹੀ ਕਾਰਨ। ਅੱਖਾਂ ਘੁੰਮ ਜਾਂਦੀਆਂ, ਮਰ ਲਾਲ ਹੋ ਜਾਂਦੀਆਂ, ਸਿਰ ਦਰਦ ਹੋਣ ਲੱਗ ਪੈਂਦਾ। ਸਾਨੂੰ ਤਾਂ ਇਹਨਾਂ ਚੀਜ਼ਾਂ ਤੋਂ ਐਲਰਜੀ ਹੈ। ਤੋ ਸੁਗੰਧਿਤ ਪਦਾਰਥ ਜਿਹੜੇ ਨੇ ਇਹ ਬਿਲਕੁਲ ਬਿਮਾਰੀ ਦਾ ਕਾਰਨ ਨੇ, ਫਜ਼ੂਲ ਦੇ ਹਨ। ਤੇ ਵਾਕਾਂ ਦੇ ਨਾਲ ਜਿਹੜੀ ਚਤਰਾਈ, ਸਿਆਣਪ ਦੀਆਂ ਗੱਲਾਂ ਕਰਨੀਆਂ, ਗੱਪਾਂ ਹੀ ਮਾਰੀ ਜਾਣੀਆਂ, ਗੱਪਾਂ ਹੀ ਮਾਰੀ ਜਾਣੀਆਂ, ਕਰਨਾ ਕੁਛ ਹੈ ਨਹੀਂ ਤੇ ਗੱਲਾਂ ਦਾ ਖਟਿਆ ਖਾਈ ਜਾਣਾ। ਮਹਾਰਾਜ ਕਹਿੰਦੇ ਨੇ ਇਹ ਮਿੱਥਿਆ ਸਭ ਨਾਸ਼ਵਾਨ ਹਨ। ਮਿੱਥਿਆ ਭੋਜਨ ਪਾਨ, ਕਈ ਪ੍ਰਕਾਰ ਦੇ ਭੋਜਨ ਖਾਣੇ, ਪੀਣ ਵਾਲੇ ਪਦਾਰਥ ਪੀਣੇ, ਪਾਨਾ ਆਦਿਕ ਨੂੰ ਚੱਬਣਾ, ਇਹ ਸਭ ਨਾਸ਼ਵਾਨ ਹਨ। ਦੀਨ ਬੰਦਰੋ ਦਾਸ ਦਾਸਰੋ, ਜੋ ਪਰਮੇਸ਼ਰ ਗਰੀਬਾਂ ਦਾ ਸੰਬੰਧੀ ਹੈ, ਉਹਦੇ ਦਾਸ, ਸੇਵਕਾਂ ਦਾ ਦਾਸ ਬਣਨਾ ਕਰ। ਸੰਤਾਂ ਕੀ ਸਾਰਾਨ, ਅਤੇ ਸੰਤ ਜਨਾਂ ਦੀ ਸ਼ਰਨ ਵਿੱਚ ਪੈ ਕੇ ਨਿਹਾਲ ਹੋਣਾ ਕਰ। ਇਹ ਫਜ਼ੂਲ ਦੀਆਂ ਬਾਤਾਂ ਛੱਡ ਦੇ। ਆ ਤੁਹਾਡੇ ਇਲਾਕੇ ਦੇ ਮਹਾਂਪੁਰਖ ਸੰਤ ਬਾਬਾ ਅਜੀਤ ਸਿੰਘ ਜੀ ਨਥਮਲਪੁਰ ਵਾਲੇ ਜੱਟ ਸਾਧ ਸੀਗੇ, ਆਪਦੀ ਪੈੜੀ 'ਚ ਹਲ ਵਾਹ ਕੇ ਰੋਟੀ ਖਾਂਦੇ ਸੀ। ਕਹਿੰਦੇ ਗੁਰਮੁਖੋ ਜਿੱਥੇ ਵੀ ਜਾਣਾ, ਕਹਿੰਦੇ 5 ਚੀਜ਼ਾਂ ਛੱਡ ਦਿਓ, ਗੰਢਾ, ਅਦਰਕ, ਲਸਣ, ਥੋਮ ਆਦਿਕ, ਮਿਰਚ ਮਸਾਲਾ ਤੇ ਚਾਹ। ਕਹਿੰਦੇ ਬਿਮਾਰੀ ਖਤਮ ਹੋ ਜਾਏਗੀ। ਆਪਦੇ ਧੀਆਂ ਦਾ ਵਿਆਹ ਕੀਤਾ, ਬਰਾਤ ਨੂੰ ਵੀ ਉਹਨਾਂ ਸਾਗ ਤੇ ਮੱਕੀ ਦੇ ਪ੍ਰਸ਼ਾਦੇ ਹੀ ਛਕਾਏ। ਤੇ ਇਹ ਨਹੀਂ ਵੀ ਉਹ ਕੋਈ ਟੇਸਟੀ ਨਹੀਂ, ਵੀ ਜੇ ਲੂਣ ਤੇ ਹਲਦੀ ਤੇ ਘਿਓ ਪਾਇਆ ਜਾਂ ਮਿਰਚ ਮਸਾਲਾ ਨਹੀਂ, ਉਹ ਤਾਂ ਵੱਧ ਟੇਸਟੀ ਲੱਗਦੇ। ਇਸ ਵਾਸਤੇ ਇਹ ਫਜ਼ੂਲ ਦੀਆਂ ਬਾਤਾਂ। ਖੱਦਰ ਦੇ ਕੱਪੜੇ ਉਹ ਪਾਉਂਦੇ, ਸਾਧ ਮੁਰਾਦੇ ਢੰਗ ਨਾਲ ਵਿਚਰਦੇ। ਜਿੰਨਾ ਪੈਸਾ ਅੱਜ ਕੱਲ੍ਹ ਸਾਡਾ ਰੋਟੀ ਤੇ ਬਰਬਾਦ ਹੁੰਦਾ, ਉਹ ਆਪਾਂ ਕਹਿੰਦੇ ਹਾਂ ਵੀ ਆਪਾਂ ਕੁਛ ਨਹੀਂ ਖਾਂਦੇ ਜੀ, ਅਸੀਂ ਤਾਂ ਮਿੱਠਾ ਛੱਡਿਆ ਹੋਇਆ। ਤੇ ਆਹ ਜਿਹੜਾ ਸ਼ੋਅ ਮੇਲਾ ਕਰੀਦਾ, ਲੱਖਾਂ ਰੁਪਈਆ ਇਹਦੇ 'ਚ ਬਰਬਾਦ ਹੋ ਜਾਂਦਾ ਪਲੇਟ ਸਿਸਟਮ ਦੇ ਨਾਲ। ਇਸ ਵਾਸਤੇ ਉਹਨਾਂ ਬੰਦਾ ਖਾਂਦਾ ਨਹੀਂ, ਨਾ ਹੀ ਖਾ ਸਕਦਾ ਜਿੰਨਾ ਬਰਾਨ ਹੁੰਦਾ ਹੈ। ਇਸ ਲਈ ਖਾਣ ਦਾ ਸਿਸਟਮ ਸਾਡਾ ਖਾਸ ਕਰਕੇ ਵਿਆਹਾਂ ਸ਼ਾਦੀਆਂ ਦੇ ਸਹੀ ਹੋਣਾ ਚਾਹੀਦਾ ਹੈ। ਜੋ ਗੁਰੂ ਦੇ ਲੰਗਰ ਦੀ ਮਰਿਆਦਾ ਹੈ, ਮੈਂ ਤਾਂ ਸੋਚਦਾ ਵੀ ਇਹ ਸਭ ਤੋਂ ਉੱਤਮ ਹੈ। ਜਿੰਨਾ ਅਸੀਂ ਪਲੇਟਾਂ ਦੇ ਖਰਚਦੀਆਂ, ਇੰਨੇ ਜਿੱਦਾਂ ਸਾਰਾ ਪਿੰਡ ਰੋਟੀ ਖਾ ਸਕਦਾ। ਜਿੰਨੀ ਮਰਜ਼ੀ ਵਧੀਆ ਸਬਜ਼ੀ ਬਣਾਓ, ਰੋਟੀ ਦਾ ਤੇ ਸਬਜ਼ੀ ਦਾ ਤਾਂ ਖਰਚਾ ਹੀ ਕੋਈ ਨਹੀਂ, ਖਰਚਾ ਹੀ ਪਲੇਟ ਦਾ। ਜਿਹੜੀ ਮਿੰਟ ਨਹੀਂ ਲਾਉਂਦੀ ਟੁੱਟਣ ਲੱਗਿਆ ਤੇ ਆਉਂਦਾ ਕੁਛ ਵੀ ਨਹੀਂ। ਉਹਦੇ 'ਚ ਉਹ ਦਹੀਂ ਤੁਰਿਆ ਫਿਰਦਾ, ਉਹ ਸਬਜ਼ੀ ਉਹਦੇ 'ਚ ਚੌਲ, ਕੋਈ ਚੱਜ ਤੱਕ ਨਾ ਕੋਈ ਖਾਣਾ ਨਾ ਖਾਣਾ। ਬਾਅਦ ਪਤਾ ਨਹੀਂ ਪੜ੍ਹਾਈ ਲਿਖਾਈ ਕਿਹੜੀ ਹੈ, ਇਹ ਪੜ੍ਹਿਆ ਲਿਖਿਆ ਦਾ ਕਿਹੋ ਜਿਹਾ ਖਾਣਾ ਹੈ, ਨਾ ਕੋਈ ਕੌਲੀ ਨਾ ਗੱਲ ਨਾ ਬਾਤ। ਤੇ ਇਸ ਵਾਸਤੇ ਇਹ ਕੇਵਲ ਸ਼ੋਅ ਮੇਲਾ ਹੀ ਹੈ। ਮਹਾਰਾਜ ਕਹਿੰਦੇ ਵੀ ਇਹ ਜਿਹੜੇ ਕੱਪੜੇ ਕੁਪੜੇ ਨੇ, ਦਾਜ ਵਰੀਆਂ ਨੇ, ਲੱਖਾਂ ਹਜ਼ਾਰਾਂ ਰੁਪਈਏ ਦੇ, ਆਹ ਜਿਹੜੀਆਂ ਸੁਗੰਧੀਆਂ ਨੇ, ਸੈਂਟ, ਅਤਰ, ਫਲੇਲ ਆਦਿਕ ਦੀਆਂ, ਤੇ ਆਹ ਜਿਹੜੇ ਗਾਣੇ ਬਾਣੇ ਨੇ, ਚਤਰਾਈਆਂ ਨੇ ਵਾਕਾਂ ਦੀਆਂ, ਆਹ ਜਿਹੜੇ ਭੋਜਨ ਨੇ ਖਾਣ ਪੀਣ ਵਾਲੇ ਉਲਟੇ ਸਿੱਧੇ ਜਿਹੇ, ਤੇ ਆਹ ਜਿਹੜੇ ਪੀਣ ਵਾਲੇ ਪਦਾਰਥ ਨੇ, ਕੋਲਡ ਡਰਿੰਕਾਂ ਆਦਿਕ, ਨਸ਼ੇ ਵਾਲੇ, ਪਾਣੀ ਵੀ ਅੱਜ ਕੱਲ੍ਹ ਖਾਰੇ ਚੱਲ ਪਏ ਨਸ਼ੇ ਵਾਲੇ। ਤੇ ਇਸ ਵਾਸਤੇ ਇਹੋ ਜਿਹੀਆਂ ਚੀਜ਼ਾਂ ਬਿਲਕੁਲ ਨਾਸ਼ਵਾਨ, ਫਜ਼ੂਲ ਨੇ। ਕਹਿਣ ਦਾ ਮਤਲਬ ਇਹਨਾਂ ਦਾ ਜਿਹੜਾ ਮਾਣ ਹੈ, ਇਹਨਾਂ
ਦੇ ਜਿਹੜਾ ਸ਼ੋਅ ਮੇਲਾ ਕਰਨਾ ਇਹਦਾ ਕੋਈ ਅਰਥ ਨਹੀਂ ਹੈ, ਕੋਈ ਮਤਲਬ ਨਹੀਂ। ਤੋ ਇਹਦੇ ਨਾਲ ਤਾਂ ਬੰਦਾ ਕਰਜ਼ਾਈ ਹੁੰਦਾ ਤੇ ਦੁਖੀ ਹੁੰਦਾ ਹੈ। ਦੀਨ ਬੰਦਰੋ ਦਾਸ ਦਾਸਰੋ, ਜੋ ਪਰਮੇਸ਼ਰ ਗਰੀਬਾਂ ਦਾ ਸੰਬੰਧੀ ਉਹਦੇ ਦਾਸ ਸੇਵਕਾਂ ਦਾ ਦਾਸ ਬਣਨਾ ਕਰ। ਗਰੀਬੀ ਦਾਵੇ ਦੇ ਵਿੱਚ ਰਹਿ ਕੇ ਮਾਇਆ ਨੂੰ ਜੇ ਪਰਮੇਸ਼ਰ ਨੇ ਦਿੱਤੀ ਹੈ ਤੇ ਕਿਸੇ ਅਰਥ ਕਿਸੇ ਲੋੜਵੰਦ ਦੇ ਕੰਮ ਆ ਜਾਏ, ਇਸ ਤਰੀਕੇ ਦੇ ਨਾਲ ਉਹਨੂੰ ਖਰਚਣਾ ਚਾਹੀਦਾ ਹੈ। ਤਹ ਕੀ ਸਾਰਾਨ, ਸੰਤ ਜਨਾਂ ਦੀ ਸ਼ਰਨ ਵਿੱਚ ਪੈ ਕੇ ਨਿਹਾਲ ਹੋਣਾ ਕਰ। ਜਿਹੜੇ ਮਹਾਂਪੁਰਖਾਂ ਨੇ ਆਪ ਦਾ ਜੀਵਨ ਸਾਦਗੀ ਢੰਗ ਦੇ ਨਾਲ ਜੀਵਿਆ, ਸਾਧ ਮੁਰਾਦੇ ਜੀਵਨ ਵਿੱਚ ਰਹਿ ਕੇ ਔਰ ਸਾਰੀ ਉਮਰ ਗੁਰੂ ਘਰ ਦੀ ਸੇਵਾ ਕੀਤੀ। ਅੱਜ 24 ਦਸੰਬਰ ਹੈ। ਅੱਜ ਦੇ ਦਿਨ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਸਾਹਿਬ ਜੀ ਖਾਲਸਾ ਪਿੰਡਾਂ ਵਾਲੇ, ਜਿਨ੍ਹਾਂ ਨੇ ਸਾਡੇ ਵਰਗੇ ਅਨੇਕਾਂ ਹੀ ਬੱਚਿਆਂ ਨੂੰ ਆਪ ਦੀ ਬੁੱਕਲ ਦੇ ਵਿੱਚ ਲੁਕੋ ਕੇ ਜੂਨ 84 ਤੋਂ ਬਾਅਦ 86 87 ਵਿੱਚ ਕਾਫੀ ਤੱਤੀਆਂ ਹਵਾਵਾਂ ਵਗੀਆਂ, ਉਹਨਾਂ ਤੋਂ ਬਚਾ ਕੇ ਗੁਰਮਤਿ ਦੀ ਪੜ੍ਹਾਈ ਦੇ ਨਾਲ ਜੋੜ ਕੇ ਤੋ ਸਤ ਸੰਗਤ ਦੇ ਆਨੰਦ ਪ੍ਰਾਪਤ ਕਰਾਏ, ਆਪ ਦੇ ਨਾਲ ਰੱਖ ਕੇ ਗੁਰਮਤਿ ਪ੍ਰਚਾਰ ਕਰਵਾਇਆ, ਕਥਾ ਕੀਰਤਨ ਦੀ ਲਾਗ ਲਾਈ ਔਰ ਅਨੇਕਾਂ ਹੀ ਸੰਗਤਾਂ ਦੇ ਵਿੱਚ ਵਿਚਰ ਕੇ ਅਨੇਕਾਂ ਦਾ ਭਲਾ ਕੀਤਾ। ਸਾਰੀ ਉਮਰ ਸੇਵਾ ਸੇਵਨ ਦੇ ਵਿੱਚ ਲਾਈ। ਸੋ ਆਪ ਦੇ ਘਰੋਂ ਵੀ ਜਿਤਨੀ ਮਾਇਆ ਠੇਕਾ ਆਦਿਕ ਸਭ ਮਾਇਆ ਪਦਾਰਥ ਸੰਗਤ ਦੇ ਵਿੱਚ ਖਰਚ ਕੀਤੇ। ਸੋ ਐਸੇ ਮਹਾਂਪੁਰਖ ਅੱਜ ਦੇ ਦਿਨ ਹਮੇਸ਼ਾ ਹਮੇਸ਼ਾ ਲਈ ਸਾਨੂੰ ਸਦੀ ਵੀ ਵਿਛੋੜਾ ਦੇ ਗਏ। 24 ਦਸੰਬਰ ਅੱਜ ਦੇ ਦਿਨ ਉਹਨਾਂ ਦੀ ਸਾਲਾਨਾ ਬਰਸੀ ਮਨਾਈ ਜਾਂਦੀ ਹੈ। ਜਿੱਥੇ ਜਿੱਥੇ ਵੀ ਉਹਨਾਂ ਦੇ ਸੰਗੀ, ਉਹਨਾਂ ਦੇ ਪ੍ਰੇਮੀ ਹਨ। ਸੇਵਕ ਕੀ ਓਟ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੀ ਰਾਖਿਓ ਚੀਤ। ਐਸੇ ਮਹਾਂਪੁਰਖ ਜਿਹੜੇ ਸਾਦਗੀ ਦੇ ਨਾਲ ਆਪਣੀ ਜ਼ਿੰਦਗੀ ਜਿਉਂਦੇ ਰਹੇ। ਬੰਬੇ ਜਥਾ ਸੀਗਾ, ਪ੍ਰੇਮੀਆਂ ਨੇ ਮੈਨੂੰ ਦੱਸਿਆ ਕਿ ਬਾਬਾ ਜੀ ਲੰਗਰ ਦੀ ਸੇਵਾ ਕਰਦੇ, 35 ਟਰੱਕਾਂ ਦੇ ਸੰਗਤ ਦਾ ਇਕੱਲੇ ਹੀ ਭੋਜਨ ਤਿਆਰ ਕਰਦੇ, ਜਾਣੀ ਜਥੇਦਾਰੀ ਦੇ ਰੂਪ 'ਚ ਸੇਵਕਾਂ ਨੂੰ ਨਾਲ ਲੈ ਕੇ ਸੰਗਤ ਦਾ ਭੋਜਨ ਤਿਆਰ ਕਰਨਾ। ਪ੍ਰੇਮੀਆਂ ਦੇ ਮਨ 'ਚ ਆਇਆ ਵੀ ਇਹਨਾਂ ਨੂੰ ਇੱਕ ਜੋੜਾ ਖਵਾਈਏ। ਕਹਿੰਦੇ ਬਾਬਾ ਜੀ ਤੁਹਾਡਾ ਜੋੜਾ ਮਸਤਾਨਾ ਹੋ ਗਿਆ, ਚਲੋ ਤੁਹਾਨੂੰ ਜੋੜਾ ਲੈ ਕੇ ਦੇਣਾ। ਕਹਿੰਦੇ ਚਲੋ ਭਾਈ। ਸਾਰੀਆਂ ਦੁਕਾਨਾਂ ਫਿਰ ਕੇ ਹੰਭ ਗਏ, ਕਿਤੇ ਜੋੜਾ ਪਸੰਦ ਨਾ ਆਇਆ। ਕਹਿੰਦੇ ਸਾਡੇ ਮਨ 'ਚ ਭੁਲੇਖਾ ਸੀਗਾ ਵੀ ਖਬਰਿਆ ਕੋਈ ਕੀਮਤੀ ਜੋੜਾ ਚਾਹੁੰਦੇ ਹੋਣਗੇ, ਤੇ ਜੋੜਾ ਕਿਹੜਾ ਪਾਇਆ? ਪਲਾਸਟਿਕ ਦਾ। ਅਸੀਂ ਖੁਦ ਆਪ 100 ਰੁਪਏ ਦੀ ਜਲਸਾ ਤੋਂ ਆਉਂਦਾ ਸੀਗਾ, 100 ਰੁਪਏ ਦੀ ਜੁੱਤੀ ਲੈ ਕੇ ਦੇਣੀ। ਜਦ ਬਰੂਹਾਂ ਤੋਂ ਨਿਕਲਣਾ, ਗੁਰਦੁਆਰੇ ਦੇ ਅੰਦਰ ਆਉਣਾ ਤੇ ਕਹਿਣਾ, ਕਦੀ ਮੈਨੂੰ ਪੁੱਛਣਾ ਕਦੀ ਹੋਰ ਨੂੰ, ਤੁਹਾਡੀ ਜੇਬ 'ਚ ਪੈਸੇ ਹਨ? ਮਤਲਬ ਆਪਦੀ ਜੇਬ ਖਾਲੀ ਹੋਣੀ, ਮੱਥਾ ਟੇਕਣ ਜੋਗੇ 10 ਰੁਪਏ ਜਾਂ 100 ਰੁਪਇਆ ਵੀ ਜੇਬ 'ਚ ਨਾ ਰੱਖਣਾ। ਸਭ ਸੰਗਤ ਦੀ ਸੇਵਾ ਦੇ ਵਿੱਚ ਉਹਨਾਂ ਨੇ ਲਾਇਆ। ਕਦੀ ਵੀ ਕਿਸੇ ਕਿਸਮ ਦਾ ਪਦਾਰਥ ਦਾ, ਧਨ ਦਾ ਮੋਹ ਨਹੀਂ ਕੀਤਾ। ਇਹੋ ਜਿਹੇ ਮਹਾਂਪੁਰਖ ਜਿਹੜੇ ਸਾਦਗੀ ਜੀਵਨ ਜਿਉਂਦੇ ਰਹੇ, ਉਹਨਾਂ ਮਹਾਂਪੁਰਖਾਂ ਦੀ ਸ਼ਰਨ ਦੇ ਵਿੱਚ ਪੈ ਕੇ ਦਾਸਾਂ ਦਾ ਦਾਸ ਬਣਨਾ ਕਰ। ਕੱਪੜਿਆਂ ਦਾ ਲਾਲਚ, ਸੁਗੰਧੀ ਦਾ ਲਾਲਚ ਅਤੇ ਖਾਣ ਪੀਣ ਦਾ ਲਾਲਚ ਤਿਆਗ ਕੇ ਕੇਵਲ ਪਰਮੇਸ਼ਰ ਦੀ ਪ੍ਰਾਪਤੀ, ਸਤ ਸੰਗਤ ਦੇ ਵਿੱਚ ਕਥਾ ਕੀਰਤਨ ਦੇ ਨਾਲ ਤੂੰ ਪ੍ਰੇਮ ਕਰ। ਮੰਗਨ ਮੰਗੋ ਹੋਈ ਚਿੰਤਾ, ਅਤੇ ਇਹ ਵਾਹਿਗੁਰੂ ਮੈਂ ਤੇਰੇ ਪਾਸੋਂ ਮੰਗਣ ਵਾਲਾ ਹੋ ਕੇ ਇਹੀ ਦਾਤ ਮੰਗਦਾ ਕਿ ਮੇਰਾ ਮਨ ਚਿੰਤਾ ਮੁਕਤ ਹੋ ਜਾਏ। ਚਿੰਤ ਅਚਿੰਤਾ ਸਗਲੀ ਗਈ, ਪ੍ਰਭ ਨਾਨਕ 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 ਮਈ। ਅਸੀਂ ਚਿੰਤਾ ਤੋਂ ਰਹਿਤ ਹੋ ਜਾਵੀਏ ਜੀ, ਤੇਰੇ ਅਚਿੰਤ ਸਰੂਪ ਦੀ ਪ੍ਰਾਪਤੀ ਵਾਲਾ ਸਾਡਾ ਮਨ ਹੋ ਜਾਵੇ। ਮਿਲਾ ਨਾਨਕ ਕੇ ਹਰ ਪ੍ਰਾਨ, ਸਤਿਗੁਰੂ ਮਹਾਰਾਜ ਸਾਹਿਬ ਜੀ
कथन कर दे, हे मेरे प्राणों के आसन रूप हरि परमेश्वर, तू मैनू आके मिलना कर, ते मैं तेरे पासों मंगण वाला हो के यही दात मंगदा। दात दात रखी हथ अपना, जिस भावै तिस देई, नानक नाम रते सुख पाया। दर कह जापै सी कि मैं चिंता तो रहत हो के तुर की बाणी आई। तिन सगली चिंत मिटाई, तुर की बाणी नाल जुड़िया रहा, बाणी का पाठ करता रहा, बाणी के उपर चौर चढ़ाता रहा, बाणी का प्रकाश करता रहा, बाणी के सुख आसन की सेवा विच ते बाणी के आसन सवारता रहा। गुरबाणी की कथा, गुरबाणी का कीर्तन, गुरबाणी का ही प्रचार। मैं गुरबाणी आधार है, गुरबाणी लाग रहा हो। सिख का जन्म गुरबाणी की सेवा लई हुंदा है, इसलिए मैं हमेशा आपकी संगत दे विच गुरबाणी नाल जुड़िया रहा जी, जो चिंता तो मुक्त करने वाली है। सतगुरु महाराज रहमत करन। साडी अरदास बेनती गुरु चरणों च प्रवान होवे जी, उन्हां चुका क्षमा करो, अगे तो समत बख्शो। दीन बंदरो दास दासरो, संतह की सारान। मंगन मंगो हुए चिंता, मिल नानक के हर प्राण। वाहिगुरू जी का खालसा,